बहुत स्वागत है जी सारिਆਂ ਦਾ। मैं हाँ सुरिंदर डल्ला ਤੇ ਸਾਡਾ ਬਹੁਤ ਹੀ ਖਾਸ ਪ੍ਰੋਗਰਾਮ ਖਬਰ ਪੜਤਾਲ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪੰਜਾਬ ਨਾਲ ਜੁੜੇ ਕਰੰਟ ਮਸਲਿਆਂ ਦੇ ਉੱਤੇ ਗੱਲ ਕਰਦੇ ਹਾਂ ਔਰ ਬਹੁਤ ਖਾਸ ਖਬਰਾਂ ਉਹਨਾਂ ਦਾ ਐਨਾਲਿਸਿਸ ਵੀ ਕਰਦੇ ਹਾਂ। ਸਾਡੇ ਨਾਲ ਬੜੇ ਸੀਨੀਅਰ ਪੱਤਰਕਾਰ ਮੌਜੂਦ ਰਹਿੰਦੇ ਨੇ ਔਰ ਅੱਜ ਸਾਡੇ ਨਾਲ ਮੌਜੂਦ ਨੇ ਪੰਜਾਬ ਦੇ ਮੰਨੇ ਪ੍ਰਮੰਨੇ ਪੱਤਰਕਾਰ ਸਰਦਾਰ ਜਗਤਾਰ ਸਿੰਘ ਜੀ। ਜਗਤਾਰ ਜੀ, ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਲੋਰਾਜ। ਥੈਂਕ ਯੂ ਸਰ। ਜਗਤਾਰ ਜੀ, ਕਈ ਨਵੀਂ ਤਰ੍ਹਾਂ ਦੀਆਂ ਚੁਣੌਤੀਆਂ ਪੰਜਾਬ ਦੇ ਸਾਹਮਣੇ ਆ ਕੇ ਖੜੀਆਂ ਨੇ। ਸਰਕਾਰ ਦੇ ਰੂਪ ਦੇ ਵਿੱਚ ਵੀ ਸਰਕਾਰ ਅੱਗੇ ਬਹੁਤ ਵੱਡੀ ਚੁਣੌਤੀ ਹੈ, ਉਹਦੇ ਨਾਲ ਨਾਲ ਵਿਰੋਧੀ ਧਿਰਾਂ ਅੱਗੇ ਵੀ ਬਹੁਤ ਵੱਡੀ ਚੁਣੌਤੀ ਹੈ ਕਿ ਇੱਕ ਪਾਰਟੀ ਜਿਹਨੂੰ 92 ਸੀਟਾਂ ਪੰਜਾਬ ਦੇ ਲੋਕਾਂ ਨੇ ਦੇਤੀਆਂ, ਉਹਦਾ ਨੀਤੀਗਤ ਵਿਰੋਧ ਕਿਵੇਂ ਕੀਤਾ ਜਾਵੇ। ਵਿਰੋਧ ਪੋਲੀਟੀਕਲ ਹੋਣਾ ਡੈਮੋਕ੍ਰੇਸੀ 'ਚ ਸੁਭਾਵਿਕ ਹੈ, ਵਿਰੋਧ ਹੋ ਵੀ ਰਿਹਾ। ਰਾਜਾ ਵੜਿੰਗ ਹੋਣੀ, ਪ੍ਰਤਾਪ ਸਿੰਘ ਬਾਜਵਾ ਹੋਣੀ ਪੰਜਾਬ ਦੇ ਗਵਰਨਰ ਨੂੰ ਹੁਣ ਮੰਗ ਪੱਤਰ ਵੀ ਦੇ ਕੇ ਆਏ ਨੇ ਕਿ ਜਿਹੜਾ ਦਿੱਲੀ ਦੇ ਨਾਲ ਸਮਝੌਤਾ ਹੋਇਆ ਉਹ ਕਨਸਟੀਟਿਊਸ਼ਨ ਦੇ ਮੁਤਾਬਕ ਗਲਤ ਹੈ। ਉਹ ਹਵਾਲੇ ਦੇ ਰਹੇ ਨੇ ਸੰਵਿਧਾਨ ਦੀਆਂ ਧਾਰਾਵਾਂ ਦੇ ਕਿ ਇਹ ਗਲਤ ਹੈ, ਇਹਨੂੰ ਰੱਦ ਕੀਤਾ ਜਾਵੇ। ਪੰਜਾਬ ਦੇ ਗਵਰਨਰ ਤੋਂ ਮੰਗ ਕੀਤੀ ਹੈ। ਨਵਜੋਤ ਸਿੰਘ ਸਿੱਧੂ ਹਾਰਨ ਤੋਂ ਬਾਅਦ ਸਰਗਰਮ ਨੇ। ਕਾਂਗਰਸ ਦੇ ਵਿੱਚ ਇੱਕ ਇੰਟਰਨਲ ਸਿਆਸੀ ਪੁਆੜਾ ਹੈ। ਕਾਂਗਰਸ ਨੂੰ ਇਹ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਪੈਰਲਲ ਆਪਣੇ ਆਪ ਨੂੰ ਤਕੜਾ ਕਰਨ ਦੀ ਅਗਵਾਈ ਦੇ ਵਿੱਚ ਨੇ। ਉੱਥੇ ਹਰੀਸ਼ ਚੌਧਰੀ ਚਿੱਠੀ ਲਿਖਦੇ ਨੇ ਵੀ ਸਿੱਧੂ ਤੇ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ। ਕਾਂਗਰਸ ਦੇ ਵਿੱਚ ਵੀ ਜਿਹੜੀ ਇਸ ਵਕਤ 18 ਸੀਟਾਂ ਨਾਲ ਵਿਰੋਧੀ ਧਿਰ 'ਚ ਹੈ, ਕਾਂਗਰਸ ਦੇ ਵਿੱਚ ਵੀ ਯੂਨਿਟੀ ਨਹੀਂ ਦਿਖਦੀ ਸਰਕਾਰ ਦੇ ਨੀਤੀਗਤ ਵਿਰੋਧ ਦੀ। ਬੀਜੇਪੀ ਹਾਲੇ ਤੱਕ ਬਹੁਤ ਵੱਡੀ ਭੂਮਿਕਾ 'ਚ ਨਜ਼ਰ ਨਹੀਂ ਆਈ ਕਿ ਸਰਕਾਰ ਨੂੰ ਨੀਤੀਆਂ ਤੇ ਕਿਵੇਂ ਘੇਰਿਆ ਜਾਵੇ। ਹਾਲਾਂਕਿ ਪਟਿਆਲਾ ਮਾਮਲੇ ਤੇ ਉਹਨਾਂ ਨੇ ਵਿਰੋਧ ਕੀਤਾ, ਬਿਜਲੀ ਦੇ ਫੈਸਲੇ ਤੇ ਵੀ ਵਿਰੋਧ ਬੀਜੇਪੀ ਵਾਲੇ ਕਰ ਰਹੇ ਨੇ। ਕਹਿੰਦੇ ਆਉਂਦੇ ਦਿਨਾਂ 'ਚ ਬਿਜਲੀ ਦੇ ਮਾਮਲੇ ਤੇ ਅੰਦੋਲਨ ਵੀ ਛੇੜੇਗੀ ਭਾਰਤੀ ਜਨਤਾ ਪਾਰਟੀ। ਅਕਾਲੀ ਦਲ ਸਿੱਧੇ ਤੌਰ ਤੇ ਬਹੁਤਾ ਜ਼ਿਆਦਾ ਵਿਰੋਧ ਕਰਦਾ ਨਹੀਂ ਦਿਖਦਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ, ਪਰ ਉਹ ਭਗਵੰਤ ਮਾਨ ਨੂੰ ਕਿਸੇ ਨਾ ਕਿਸੇ ਬਹਾਨੇ ਨਿਸ਼ਾਨੇ ਤੇ ਲੈਂਦੇ ਨੇ। ਮੂਲ ਰੂਪ 'ਚ ਅਕਾਲੀ ਦਲ ਦੀ ਮੰਗ ਬੰਦੀ ਸਿੰਘਾਂ ਦੀ ਰਿਹਾਈ ਵਾਲੇ ਪਾਸੇ ਜ਼ਿਆਦਾ ਦਿਖ ਰਹੀ ਹੈ ਪਿਛਲੇ ਦਿਨਾਂ 'ਚ ਅਕਾਲੀ ਦਲ ਦੀ ਜੋ ਸਰਗਰਮੀ ਰਹੀ ਹੈ। ਸੋ ਮੈਂ ਇੱਕ ਇੱਕ ਕਰਕੇ ਆਊਂਗਾ। ਸਭ ਤੋਂ ਪਹਿਲਾਂ ਤਾਂ ਹੁਣ ਜਦੋਂ 92 ਸੀਟਾਂ ਨਾਲ ਪੰਜਾਬ 'ਚ ਭਗਵੰਤ ਮਾਨ ਦੀ ਸਰਕਾਰ ਬਣੀ ਹੈ ਔਰ ਜਿਸ ਤਰ੍ਹਾਂ ਨਾਲ ਸ਼ੁਰੂਆਤੀ 1 ਮਹੀਨਾ ਸਵਾ ਮਹੀਨਾ ਭਗਵੰਤ ਮਾਨ ਦੀ ਸਰਕਾਰ ਨੂੰ ਹੋ ਗਿਆ, ਇਸ ਸਵਾ ਮਹੀਨੇ ਦੇ ਕਾਰਜਕਾਲ ਦੇ ਵਿੱਚ ਤੁਸੀਂ ਗੁੰਜਾਇਸ਼ ਦੇਖਦੇ ਹੋ ਕਿ ਨੀਤੀਗਤ ਵਿਰੋਧ ਦੀ ਗੁੰਜਾਇਸ਼ ਹੈ ਜਾਂ ਹਜੇ ਹੋਰ ਸਮਾਂ ਦਿੱਤਾ ਜਾਣਾ ਚਾਹੀਦਾ ਹੈ ਜਿਵੇਂ ਆਮ ਆਦਮੀ ਪਾਰਟੀ ਦੇ ਲੀਡਰ ਮੰਗ ਰਹੇ ਨੇ? ਮੇਰੇ ਖਿਆਲ ਦੇ ਵਿੱਚ ਜਦੋਂ ਕੋਈ ਵੀ ਨਵੀਂ ਸਰਕਾਰ ਬਣਦੀ ਹੈ ਤੇ ਅਸੀਂ ਤਾਂ ਜਦੋਂ ਤੁਹਾਡਾ ਸੋਸ਼ਲ ਮੀਡੀਆ ਨਹੀਂ ਸੀ ਆਇਆ, ਸਾਡੇ ਪ੍ਰਿੰਟ ਮੀਡੀਆ ਦੇ ਜ਼ਮਾਨੇ ਦੇ ਵਿੱਚ ਅਸੀਂ ਘੱਟੋ ਘੱਟ 1 ਸਾਲ ਦਿਆ ਕਰਦੇ ਸੀਗੇ ਵੀ 1 ਸਾਲ ਕੰਮ ਦੇਖੋ ਇਹਨਾਂ ਦਾ ਕੀ ਕਰਦੇ ਆ। ਤੇ ਹੁਣ ਮੈਂ ਪਰਸਨਲੀ ਫੀਲ ਕਰਦਾ ਹਾਂ ਕਿ 6 ਮਹੀਨੇ ਨਵੀਂ ਸਰਕਾਰ ਨੂੰ ਦੇਣੇ ਬਣਦੇ ਹੈ। ਔਰ ਇਹ ਜਿਹੜੀ ਆਪ ਦੀ ਸਰਕਾਰ ਆਈ ਹੈ ਇਹ ਤਾਂ ਸੱਜਣ ਬਿਲਕੁਲ ਹੀ ਨਵੇਂ ਹੈ। ਅੱਗੇ ਤਾਂ ਸੀ ਕਿ ਇੱਕ ਪਾਰਟੀ ਪਾਵਰ ਆਉਂਦੀ ਸੀ, ਦੂਜੀ ਚਲੀ ਜਾਂਦੀ ਸੀ, ਦੂਜੀ ਆ ਜਾਂਦੀ ਸੀ, ਜਿਨ੍ਹਾਂ ਨੂੰ ਤਜਰਬਾ ਸੀ। ਹੁਣ ਉਹ ਲੋਕ ਆਏ ਹੈ ਜਿਨ੍ਹਾਂ ਵਿੱਚੋਂ ਬਹੁਤਿਆਂ ਨੂੰ ਹਜੇ ਇਸ ਕਾਰ ਵਿਹਾਰ ਦਾ ਕੋਈ ਬਹੁਤਾ ਪਤਾ ਨਹੀਂ। ਸਿੱਖਦਿਆਂ ਵੀ ਟਾਈਮ ਲੱਗਦਾ ਹੈ, ਇਸ਼ੂ ਸਮਝਣ ਦੇ ਵਿੱਚ ਟਾਈਮ ਲੱਗਦਾ ਹੈ। ਇਲੈਕਸ਼ਨ ਤੋਂ ਪਹਿਲਾਂ ਪ੍ਰਚਾਰ ਕਰਨਾ ਹੋਰ ਗੱਲ ਹੁੰਦੀ ਹੈ, ਸਰਕਾਰ ਵਿੱਚ ਆ ਕੇ ਸਰਕਾਰ ਚਲਾਉਣਾ ਹੋਰ ਗੱਲ ਹੁੰਦੀ ਹੈ। ਜਿਹੜੀ ਰਿਐਲਿਟੀ ਹੈ ਸਰਕਾਰ ਦੇ ਅੰਦਰ ਦੀ, ਉਹ ਪਾਵਰ ਦੇ ਵਿੱਚ ਆਉਣ ਤੋਂ ਬਾਅਦ ਹੀ ਪਤਾ ਲੱਗਦੀ ਹੈ। ਸੋ ਮੇਰੇ ਖਿਆਲ ਦੇ ਵਿੱਚ ਹਾਲੇ ਇਹਨਾਂ ਨੂੰ ਟਾਈਮ ਦੇਣਾ ਚਾਹੀਦਾ ਹੈ। ਤੇ ਸ਼ੁਰੂਆਤ ਜੇ ਆਪਾਂ ਦੇਖੀਏ ਇਹਨਾਂ ਦੇ ਕੰਮਾਂ-ਕਾਰਾਂ ਦੀ, ਆਪਣੇ ਉਹ ਹੌਲੀ ਹੌਲੀ ਜਿਹੜੇ ਉਹਨਾਂ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਪੂਰੇ ਕਰਨ ਲੱਗੇ ਹੋਏ ਆ। ਬਿਜਲੀ ਦਾ ਵਾਅਦਾ ਜਿਸ ਤਰ੍ਹਾਂ ਵੀ ਹੋਇਆ, ਚੰਗਾ ਮਾੜਾ ਉਹਨਾਂ ਨੇ ਪੂਰਾ ਕੀਤਾ ਹੈ ਤੇ ਆਪੋਜੀਸ਼ਨ ਨੂੰ ਮੌਕਾ ਵੀ ਦਿੱਤਾ ਉਹਨਾਂ ਨੇ ਅਟੈਕ ਕਰਨ ਦਾ ਨਾਲ ਉਹਦੇ ਵਿੱਚ। ਸੋ ਇਸ ਤਰ੍ਹਾਂ ਹੀ ਸਟੈਪ ਬਾਈ ਸਟੈਪ ਇਹ ਸਰਕਾਰ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀ ਹੈ। ਤੇ ਮੇਰੇ ਖਿਆਲ ਦੇ ਵਿੱਚ ਹੁਣ ਤੱਕ ਕੋਈ ਨੈਗੇਟਿਵ ਗੱਲ ਅਜੇ ਬਹੁਤੀ ਇਹਨਾਂ ਨੇ ਗੁੰਜਾਇਸ਼ ਦਿੱਤੀ ਨਹੀਂ। ਜੀ ਬਿਲਕੁਲ। ਸੋ ਠੀਕ ਹੈ, ਜਿਵੇਂ ਤੁਸੀਂ ਗੱਲ ਕਹੀ ਕਿ ਬਿਜਲੀ ਦੇ ਮੁੱਦੇ ਤੇ ਜ਼ਰੂਰ ਓਪੋਜੀਸ਼ਨ ਕੋਲੇ ਵੀ ਇੱਕ ਮੌਕਾ ਹੈ ਕਿ ਉਹ ਕਹਿ ਰਹੇ ਨੇ ਕਿ ਸਾਰਿਆਂ ਨੂੰ ਬਿਜਲੀ ਮੁਫਤ ਹੋਣੀ ਚਾਹੀਦੀ ਸੀ। ਉਹ ਇੱਕ ਡਿਬੇਟ ਦਾ ਇਸ਼ੂ ਹੈ। ਸਰਕਾਰ ਕਹਿ ਰਹੀ ਹੈ ਕਿ ਅਸੀਂ ਜੁਲਾਈ ਤੋਂ ਬਿਜਲੀ ਮੁਫਤ ਦੇਵਾਂਗੇ। ਜਿਹੜਾ
ਜਿਹੜਾ ਇਹ ਅੱਜ ਗਵਰਨਰ ਨੂੰ ਵੀ ਮੈਮੋਰੈਂਡਮ ਦਿੱਤਾ ਗਿਆ ਹੈ ਔਰ ਇਹ ਗੱਲ ਕੀਤੀ ਜਾ ਰਹੀ ਹੈ ਕਿ ਜਿਹੜਾ ਦਿੱਲੀ ਦੀ ਸਰਕਾਰ ਨਾਲ ਸਮਝੌਤਾ ਕੀਤਾ ਹੈ ਇਹਦੇ ਨਾਲ ਪੰਜਾਬ ਦੇ ਹਿੱਤ ਵੇਚੇ ਗਏ ਨੇ, ਇਸ ਤਰੀਕੇ ਦੇ ਜਿਹੜੇ ਇਲਜ਼ਾਮ ਲੱਗ ਰਹੇ ਨੇ ਅੱਜ ਦੇ ਸਮੇਂ ਦੇ ਵਿੱਚ, ਜਦੋਂ ਸਰਕਾਰਾਂ ਬਹੁਤ ਸਾਰੇ MOU ਕਰਦੀਆਂ ਨੇ, ਸਰਕਾਰਾਂ ਸਮੇਂ-ਸਮੇਂ ਤੇ ਪ੍ਰਾਈਵੇਟ ਕੰਪਨੀਆਂ ਨਾਲ ਵੀ MOU ਕਰਦੀਆਂ ਨੇ, ਯੂਨੀਵਰਸਿਟੀਆਂ ਦੇ MOU ਹੁੰਦੇ ਨੇ, ਐਗਰੀਕਲਚਰ ਯੂਨੀਵਰਸਿਟੀ ਦੇ ਕਈ ਦੂਜੇ ਮੁਲਕਾਂ ਦੇ ਵਿੱਚ MOU ਨੇ, ਖੇਤੀਬਾੜੀ ਨੂੰ ਲੈ ਕੇ ਹੈ, ਬਿਜਲੀ ਦੇ ਖੇਤਰਾਂ ਦੇ ਵਿੱਚ ਵੀ ਹੋਏ ਨੇ। ਇਹ ਜਿਹੜਾ ਦਿੱਲੀ ਦੇ ਨਾਲ MOU ਸਾਈਨ ਹੋਇਆ ਹੈ, ਕੀ ਇਹ ਦੋ ਰਾਜਨੀਤਿਕ ਹਸਤੀਆਂ ਸੀ ਇੱਕੋ ਪਾਰਟੀ ਦੀਆਂ, ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ, ਕਿ ਵਿਰੋਧ ਸਿਰਫ ਇਸੇ ਕਰਕੇ ਹੈ ਜਾਂ ਇਸ ਕਰਕੇ ਹੈ ਵੀ ਹੋਰ ਕੋਈ ਮੁੱਦਾ ਨਹੀਂ ਵਿਰੋਧ ਦਾ ਤੇ ਅਸੀਂ ਇਸ ਮੁੱਦੇ ਨੂੰ ਆਧਾਰ ਬਣਾਈਏ ਤੇ ਇਹਨੂੰ ਖੜਾ ਕਰੀਏ ਕਿ ਪੰਜਾਬ ਦੇ ਹਿੱਤ ਵੇਚੇ ਗਏ ਨੇ? ਤੁਸੀਂ ਦੇਖਦੇ ਕਿਵੇਂ ਹੋ, ਕਿਉਂਕਿ ਤੁਹਾਡੇ ਕੋਲੇ ਬਹੁਤ ਤਜਰਬਾ, ਬੜੀਆਂ ਸਰਕਾਰਾਂ ਤੁਸੀਂ ਦੇਖੀਆਂ ਸੂਬੇ ਦੀਆਂ। ਮੈਂ ਦੋ ਐਸਪੈਕਟ ਹੈ, ਇੱਕ ਤਾਂ ਹੁੰਦਾ ਇਹਦਾ ਕਨਸਟੀਟਿਊਸ਼ਨਲ ਜਿਹੜੀ ਗੱਲ ਅੱਜ ਮੈਮੋਰੈਂਡਮ ਦੇ ਵਿੱਚ ਇਹਨਾਂ ਨੇ ਕੀਤੀ ਹੈ ਕਿ ਇਹ ਗੈਰ ਸੰਵਿਧਾਨਿਕ ਹੈ। ਦੂਸਰਾ ਹੁੰਦਾ ਹੈ ਪਰਸੈਪਸ਼ਨ ਕੀ ਹੈ ਆਮ ਲੋਕਾਂ ਦੀ। ਆਮ ਲੋਕਾਂ ਦੀ ਪਰਸੈਪਸ਼ਨ ਇਹ ਹੈ ਕਿ ਇਹਨਾਂ ਨੇ ਆਪਣੀ ਸਰਕਾਰ ਦਿੱਲੀ ਵਾਲਿਆਂ ਦੇ ਹਵਾਲੇ ਕਰਤੀ। ਇਹ ਮੇਰੇ ਖਿਆਲ ਦੇ ਵਿੱਚ ਕਨਸਟੀਟਿਊਸ਼ਨਲ ਐਸਪੈਕਟ ਨਾਲੋਂ ਜ਼ਿਆਦਾ ਖਤਰਨਾਕ ਗੱਲ ਹੈ। ਹੁਣ MOU ਕੀ ਹੁੰਦਾ ਹੈ? MOU ਇਕਰਾਰਨਾਮਾ, ਜਿਹਨੂੰ ਤੁਸੀਂ ਪੰਜਾਬੀ 'ਚ ਕਹਿ ਸਕਦੇ ਹੋ, ਇਕਰਾਰਨਾਮਾ ਹੁੰਦਾ ਹੈ MOU। ਸਿੰਪਲ, ਇੱਕ ਬੜਾ ਸਾਦਾ ਜਿਹਾ ਲੱਗਦਾ ਇਹਦੇ ਵਾਸਤੇ ਜੀ। ਉਹਦੇ ਵਿੱਚ ਇਹ ਨਹੀਂ ਹੁੰਦਾ ਕਿ ਅਸੀਂ ਆਪਣੀਆਂ ਫਾਈਲਾਂ ਕਿਸੇ ਹੋਰ ਨੂੰ ਭੇਜਾਂਗੇ। ਜੋ ਇੰਡਸਟਰੀ ਨਾਲ ਹੁੰਦਾ ਉਹ ਕਹਿੰਦੇ ਵੀ ਅਸੀਂ ਆਪਣੀ ਇੰਡਸਟਰੀ ਲਾਉਣੀ ਹੈ ਤੇ ਤੁਸੀਂ ਸਾਨੂੰ ਕੀ ਦਿਓਗੇ। ਜਾਂ ਕਿਸੇ ਯੂਨੀਵਰਸਿਟੀ ਨਾਲ ਹੁੰਦਾ ਹੈ ਤੇ ਉਹ ਆਪਣਾ ਪ੍ਰੋਗਰਾਮ ਲੈ ਕੇ ਆਉਂਦੇ ਹੈ, ਤੁਹਾਡੇ ਨਾਲ ਉਹਦਾ ਐਕਸਚੇਂਜ ਕਰਦੇ ਹੈ। ਸਰਕਾਰ ਦਾ ਇੱਕ ਦਾਇਰਾ ਹੁੰਦਾ ਹੈ ਆਪਣਾ, ਤੇ ਉਹਦੇ ਵਿੱਚ ਇੱਕ ਜਿਹੜਾ ਕਨਸਟੀਟਿਊਸ਼ਨਲ ਐਸਪੈਕਟ ਹੈ ਉਹ ਸੀਕ੍ਰੇਸੀ ਦਾ ਵੀ ਹੈ। ਕਨਸਟੀਟਿਊਸ਼ਨਲ ਸੀਕ੍ਰੇਸੀ ਕਿ ਉਹ ਗੱਲ ਬਾਹਰ ਕਰਨੀ ਹੈ ਜਾਂ ਨਹੀਂ ਕਰਨੀ। ਮੈਂ ਉਹ ਡਿਟੇਲ ਦੇ ਵਿੱਚ ਇਹਨਾਂ ਦਾ MOU ਪੜ੍ਹਿਆ ਹੈ ਤੇ ਮੈਨੂੰ ਲੱਗਿਆ ਹੈ ਕਿ ਜਿਸ ਢੰਗ ਨਾਲ ਇਹ MOU ਕੀਤਾ ਗਿਆ ਹੈ ਉਹਦੇ ਵਿੱਚ ਇਹਨਾਂ ਦੀ ਹਰ ਫਾਈਲ ਕੰਸਰਨ ਡਿਪਾਰਟਮੈਂਟਸ ਦੀ ਦਿੱਲੀ ਮੰਗਾਈ ਜਾ ਸਕਦੀ ਹੈ। ਇਹੋ ਜਿਹਾ MOU ਮੇਰੇ ਖਿਆਲ ਦੇ ਵਿੱਚ ਪਹਿਲਾਂ ਨਹੀਂ ਹੋਇਆ। ਇੱਕ ਗੱਲ ਲਗਾਤਾਰ ਆ ਰਹੀ ਸੀ ਸਰਕਾਰ ਬਣਨ ਤੋਂ ਬਾਅਦ ਕਿ ਫਾਈਲਾਂ ਦਿੱਲੀ ਜਾ ਰਹੀਆਂ ਤੇ ਇਹਨਾਂ ਦਾ ਬਜਟ ਵੀ ਦਿੱਲੀ ਹੀ ਬਣ ਰਿਹਾ ਹੈ। ਤੇ ਜਿਸ ਦਿਨ ਅਫਸਰ ਬੁਲਾਏ ਗਏ, ਕਿਹਾ ਤਾਂ ਬਾਅਦ ਦੇ ਵਿੱਚ ਇਹ ਗਿਆ ਕਿ ਵੀ ਅਸੀਂ ਸਟੱਡੀ ਕਰਨ ਗਏ, ਲੇਕਿਨ ਉਹ ਕਵਰ ਅਪ ਸੀ ਮੇਰੇ ਖਿਆਲ ਦੇ ਵਿੱਚ। ਕਿਉਂਕਿ ਜਦੋਂ ਇਹ ਖਬਰ ਆ ਗਈ ਕਿ ਫਾਈਲਾਂ ਕੁਝ ਮੰਗਾਈਆਂ ਜਾ ਰਹੀਆਂ ਤੇ ਬਜਟ ਦਿੱਲੀ ਬਣ ਰਿਹਾ, ਫਿਰ ਅਫਸਰ ਵੀ ਨੈਚੁਰਲੀ ਜਾਣਗੇ। ਹੁਣ MOU ਨਾਲ ਉਹ ਸਾਰਾ ਐਸਪੈਕਟ ਕਵਰ ਹੋ ਗਿਆ ਮੇਰੇ ਖਿਆਲ ਦੇ ਵਿੱਚ। ਤੇ ਜੇ ਕੋਈ ਦੂਸਰੀ ਸਰਕਾਰ ਇਸ ਸਰਕਾਰ ਦਾ ਬਜਟ ਓਵਰਸੀ ਕਰੇ, ਮੇਰੇ ਖਿਆਲ ਦੇ ਵਿੱਚ ਉਹ ਕੰਸਟੀਟਿਊਸ਼ਨਲ ਪ੍ਰੋਪਰਟੀ ਦੀ ਵੀ ਆਪਣੇ ਆਪ ਦੇ ਵਿੱਚ ਵਾਇਲੇਸ਼ਨ ਹੈ। ਸੋ MOU ਇਟਸੈਲਫ ਹੋ ਸਕਦਾ ਹੈ, ਲੇਕਿਨ ਸਰਕਾਰਾਂ ਇਹਨਾਂ ਢੰਗਾਂ ਦੇ ਨਾਲ ਗੌਰਮੈਂਟ ਟੂ ਗੌਰਮੈਂਟ MOU ਨਹੀਂ ਹੋਇਆ ਕਰਦੇ। ਆਪਣੇ ਬੜੇ ਡੈਲੀਗੇਸ਼ਨ ਇਜ਼ਰਾਈਲ ਜਾਂਦੇ ਹੈ, ਆ ਕੇ ਭਾਵੇਂ ਕੁਝ ਨਹੀਂ ਕਰਦੇ, ਉਹ ਸਟੱਡੀ ਕਰਨ ਜਾਂਦੇ ਹੈ। IAS ਅਫਸਰ ਛੁੱਟੀ ਤੇ ਜਾਂਦੇ ਆ, ਬਾਹਰ ਕੋਰਸ ਕਰਕੇ ਆਉਂਦੇ, ਭਾਵੇਂ ਆਉਂਦਿਆਂ ਦੀ ਉਹਦੀ ਕਿਤੇ ਅਪਾਰਟਮੈਂਟ ਕਿਤੇ ਹੋਰ ਹੋ ਜਾਂਦੀ ਪੋਸਟਿੰਗ। ਇਹ ਚੱਲਦਾ ਰਹਿੰਦਾ ਹੈ। ਲੇਕਿਨ ਜਿਹੜਾ ਇਹਨਾਂ ਨੇ MOU ਇਹ ਕੀਤਾ ਹੈ ਦਿੱਲੀ ਗੌਰਮੈਂਟ ਦੇ ਨਾਲ, ਉਹਦੀ ਪਰਸੈਪਸ਼ਨ ਇਹ ਬਣੀ ਹੈ ਕਿ ਇਹਨਾਂ ਨੇ ਇਹ ਸਰਕਾਰ ਦਿੱਲੀ ਦੇ ਹਵਾਲੇ ਪਾਰਟਲੀ ਕਰ ਦਿੱਤੀ ਹੈ। ਬਿਲਕੁਲ, ਸੋ ਪਰਸੈਪਸ਼ਨ ਹੈ। ਪਰ ਮੈਨੂੰ ਇਹ ਲੱਗਦਾ ਹੈ ਕਿ ਜਿਵੇਂ ਗਵਰਨਰ ਕੋਲੇ ਮੈਮੋਰੈਂਡਮ ਗਏ, ਮੈਨੂੰ ਲੱਗਦਾ ਆਉਂਦੇ ਦਿਨਾਂ ਦੇ ਵਿੱਚ ਇਹਦੇ ਤੇ ਹੋਰ ਖੋਜਬੀਨ ਵੀ ਹੋਊਗੀ, ਇਹਦੇ ਤੇ ਰਿਸਰਚ ਵੀ ਹੋਊਗੀ। ਮੈਨੂੰ ਇਹ ਵੀ ਲੱਗਦਾ ਕਿ ਇਹਦੇ ਤੇ ਸੰਵਿਧਾਨਿਕ ਜਿਹੜੀਆਂ ਸਾਡੀਆਂ ਤਾਕਤਾਂ ਨੇ, ਖਾਸ ਤੌਰ ਤੇ ਗਵਰਨਰੀ ਤਾਕਤ ਹੈ, ਉਹ ਵੀ ਐਗਜ਼ਾਮਿਨ ਕਰੂਗੀ। ਮੈਨੂੰ ਲੱਗਦਾ ਆਉਂਦੇ ਦਿਨਾਂ 'ਚ ਇਹਦੇ ਤੇ ਹੋਰ ਵੱਡੀ ਬਹਿਸ ਹੋਊਗੀ, ਇਹਦੇ ਤੇ ਵੱਡੀ ਡਿਬੇਟ ਹੋਊਗੀ। ਮੇਰੇ ਖਿਆਲ ਦੇ ਵਿੱਚ ਗਵਰਨਰ ਨੂੰ ਬਹੁਤ ਹੀ ਇੰਪੋਰਟੈਂਸ ਨਹੀਂ ਦੇਣੀ ਚਾਹੀਦੀ, ਕਿਉਂਕਿ ਮੈਂ ਪਰਸਨਲੀ ਇਹ ਜਿਹੜਾ ਆਫਿਸ ਹੈ ਮੈਂ ਇਹਦੇ ਅਗੇਂਸਟ ਹੈ। ਇਹ ਐਂਟੀ ਡੈਮੋਕ੍ਰੈਟਿਕ ਆਫਿਸ ਹੈ ਤੇ ਫੈਡਰਲਿਜ਼ਮ ਦੀ ਵਾਇਲੇਸ਼ਨ ਹੈ ਜੀ। ਸੋ ਇੱਕ ਫਿਗਰ ਹੈਡ ਜਿਹੜਾ ਫਿਗਰ ਹੈਡ ਆਫਿਸ ਹੈ, ਤੁਸੀਂ ਉਹਨੂੰ ਇੰਨਾ ਐਮਪਾਵਰ ਕਰ ਰਹੇ ਹੋ ਖੁਦ ਹੀ ਕਿ ਤੁਹਾਡੀ ਸਰਕਾਰ ਟੇਕ ਓਵਰ ਕਰ ਲੇ। ਗਵਰਨਰ ਤਾਂ ਪੰਜਾਬ ਦਾ ਪਹਿਲਾਂ ਹੀ
ਟੇਕ ਓਵਰ ਕਰ ਰਿਹਾ। ਆਪਾਂ ਦੇਖ ਚੁੱਕੇ ਹਾਂ ਬਾਰਡਰ ਦੇ ਏਰੀਏ ਦੇ ਵਿੱਚ ਗਵਰਨਰ ਸਾਹਿਬ ਪਹਿਲੀ ਵਾਰ ਜਾ ਕੇ ਮੀਟਿੰਗਾਂ ਕਰਕੇ ਆਏ, ਪਹਿਲਾਂ ਕਦੇ ਨਹੀਂ ਸੀ ਹੁੰਦਾ। ਐਕਸੈਪਟ ਜੀ ਗਵਰਨਰ ਰੂਲ ਦੀ ਵੱਖਰੀ ਗੱਲ ਹੈ, ਪੰਜਾਬ ਜੀ 5.5 ਸਾਲ ਗਵਰਨਰ ਰੂਲ ਦੇ ਥੱਲੇ ਰਿਹਾ ਹੈ, ਲੇਕਿਨ ਜਿਹੜੀ ਗਵਰਨਰ ਦੀ ਇਸ ਢੰਗ ਦੀ ਪਾਵਰ ਹੈ, ਜਿਸ ਢੰਗ ਨਾਲ ਇਹ ਗਵਰਨਰ ਦੀ ਇੰਟਰਫੀਅਰੈਂਸ ਮੰਗ ਰਹੇ ਹੈ, ਮੇਰੇ ਖਿਆਲ ਦੇ ਵਿੱਚ ਇਹ ਕੋਈ ਬਹੁਤ ਹੀ ਵਧੀਆ ਗੱਲ ਨਵੀਂ ਨਹੀਂ ਤਰ੍ਹਾਂ ਪੰਜਾਬ ਦਾ ਦੇ ਵਿੱਚ। ਇੱਕ ਨਵੀਂ ਤਰ੍ਹਾਂ ਦੀ ਬਹਿਸ ਖੜੀ ਹੋ ਸਕਦੀ ਹੈ। ਮੈਨੂੰ ਲੱਗਦਾ ਵਿਧਾਨ ਸਭਾ ਦੇ ਵਿੱਚ ਇਹ ਮਸਲਾ ਜ਼ਰੂਰ ਵਿਰੋਧੀ ਪਾਰਟੀਆਂ ਜਦੋਂ ਵੀ ਸੈਸ਼ਨ ਆਉਂਦਾ ਹੈ ਇਹ ਟੇਕ ਅਪ ਕਰਨਗੀਆਂ। ਵਿਧਾਨ ਸਭਾ ਤਾਂ ਉਹ ਪਲੇਸ ਹੈ ਜਿੱਥੇ ਸਰਕਾਰਾਂ ਇਹਦੇ ਤੇ ਮੰਗ ਸਕਦੀਆਂ ਨੇ ਜਵਾਬ, ਵਿਰੋਧੀ ਧਿਰਾਂ ਸਰਕਾਰਾਂ ਤੋਂ ਜਵਾਬ ਮੰਗ ਸਕਦੀਆਂ ਨੇ। ਬਹੁਤ ਇੰਪੋਰਟੈਂਟ ਤੁਸੀਂ ਆਪਣਾ ਪੱਖ ਰੱਖਿਆ। ਮੈਂ ਅੱਗੇ ਵਧੂੰਗਾ, ਕਈ ਹੋਰ ਮਸਲੇ ਨੇ, ਮੈਂ ਸ਼ੁੱਧ ਸਿਆਸੀ ਮਸਲਿਆਂ ਵਾਲੇ ਪਾਸੇ ਵੀ ਜਾਣਾ। ਪੰਜਾਬ ਦੇ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਨੂੰ ਅੱਜ ਦੇ ਸਮੇਂ 'ਚ ਤੁਸੀਂ ਕਿਵੇਂ ਵੇਖ ਰਹੇ ਹੋ? ਵਿਰੋਧੀ ਧਿਰ ਕੀ ਹੁਣੇ ਤੋਂ ਉਸਾਰੂ ਰੂਪ 'ਚ ਆ ਗਿਆ ਸਰਕਾਰ ਨੂੰ ਮਾਰਗਦਰਸ਼ਨ ਕਰਨ ਦੇ ਤੌਰ ਤੇ, ਜਾਂ ਸਰਕਾਰ ਨੂੰ ਨੀਤੀਗਤ ਵਿਰੋਧ ਜਾਂ ਨੀਤੀਗਤ ਸੋਧ ਕਰਾਉਣ ਵਾਲੇ ਪਾਸੇ ਵਿਰੋਧੀ ਧਿਰ ਇਕੱਠਾ ਹੁੰਦਾ ਨਜ਼ਰ ਆਉਂਦਾ ਹੈ, ਜਾਂ ਵਿਰੋਧੀ ਧਿਰ ਸਿਰਫ ਇਸ ਕਰਕੇ ਵਿਰੋਧ ਕਰ ਰਿਹਾ ਕਿ ਸਾਡੀ ਹੋਂਦ ਬਣੀ ਰਵੇ? ਦੇਖੋ, ਹੈਲਦੀ ਡੈਮੋਕ੍ਰੇਸੀ ਦੇ ਵਿੱਚ ਡਾਇਸੈਂਟ ਤੇ ਅਪੋਜੀਸ਼ਨ ਇਹ ਬਹੁਤ ਪੋਜ਼ਿਟਿਵ ਸਾਈਨ ਹੁੰਦੇ ਹੈ। ਜਿੰਨੀ ਤਕੜੀ ਸਰਕਾਰ ਹੋਵੇ, ਮੇਰੇ ਖਿਆਲ ਦੇ ਵਿੱਚ ਉਨੀ ਹੀ ਤਕੜੀ ਉਹਦੀ ਜੇ ਅਪੋਜੀਸ਼ਨ ਨਾ ਹੋਵੇ ਤੇ ਸਰਕਾਰ ਆਸੇ-ਪਾਸੇ ਜਾ ਸਕਦੀ ਹੈ। ਆਪਾਂ ਦੇਖ ਹੀ ਰਹੇ ਹਾਂ, ਆਪਣਾ ਤਜਰਬਾ ਹੈ ਇਸ ਗੱਲ ਦੇ ਉੱਤੇ ਆ ਕੇ। ਸੋ ਸਰਕਾਰ ਨੂੰ ਆਪਣੀਆਂ ਲੀਹਾਂ ਤੇ ਰੱਖਣ ਵਾਸਤੇ ਅਪੋਜੀਸ਼ਨ ਦਾ ਰੋਲ ਬਹੁਤ ਜ਼ਰੂਰੀ ਹੈ, ਤੇ ਉਹਦੇ ਵਾਸਤੇ ਅਪੋਜੀਸ਼ਨ ਵੀ ਤਕੜੀ ਹੀ ਹੋਣੀ ਚਾਹੀਦੀ ਹੈ। ਹੁਣ ਲੈ ਦੇ ਕੇ ਅਪੋਜੀਸ਼ਨ ਤਾਂ ਪੰਜਾਬ 'ਚ, ਜੀ ਆਪਾਂ ਸਿਰਫ ਅਸੈਂਬਲੀ 'ਚ ਲਈਏ, ਦੇਖੋ ਦੋ ਰੋਲ ਹੁੰਦੇ ਆ। ਇੱਕ ਤਾਂ ਅਪੋਜੀਸ਼ਨ ਸਟੇਟ ਦੇ ਵਿੱਚ ਪੋਲੀਟੀਕਲ ਡੋਮੇਨ ਦੇ ਵਿੱਚ, ਇੱਕ ਹੁੰਦਾ ਹੈ ਲੈਜਿਸਲੇਚਰ ਦੇ ਵਿੱਚ। ਲੈਜਿਸਲੇਚਰ ਦੇ ਵਿੱਚ ਅਪੋਜੀਸ਼ਨ ਸਿਰਫ ਕਾਂਗਰਸ ਰਹਿ ਗਈ ਇਫੈਕਟਿਵ। ਅਕਾਲੀ ਦਲ ਦੇ ਤਾਂ 3 ਅਕਾਲੀ ਦਲ ਦੇ ਆ, 2 ਬੀਜੇਪੀ ਦੇ ਆ, ਉਹ ਵੀ ਵਰਚੁਅਲੀ ਨਾ ਹੋਏ ਵਰਗੇ ਆ। ਅਕਾਲੀ ਦਲ ਦੇ ਇੱਕ ਮੈਂਬਰ ਨੇ ਤਾਂ ਸਹੁੰ ਹੀ ਕੱਲ ਚੱਕੀ ਹੈ 3 ਦੇ ਵਿੱਚੋਂ ਜੀ। ਸੋ ਇੱਥੋਂ ਉਹਨਾਂ ਦੀ ਸੀਰੀਅਸਨੈਸ ਦਾ ਵੀ ਪਤਾ ਲੱਗਦਾ ਹੈ। ਜਿਸ ਮੈਂਬਰ ਨੇ ਸਹੁੰ ਹੀ ਨਹੀਂ ਚੱਕੀ ਇਹਨਾਂ ਦੇ, ਉਹਨਾਂ ਦਾ ਕਿੰਨਾ ਕੁ ਇੰਟਰਸਟ ਹੋਏਗਾ। ਸੋ ਲੈ ਦੇ ਕੇ ਸੌਰੀ, ਇਹ ਜ਼ਿੰਮੇਵਾਰੀ ਕਾਂਗਰਸ ਦੇ ਸਿਰ ਹੈ, ਤੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਹਾਊਸ ਦੇ ਅੰਦਰ ਵੀ ਤੇ ਹਾਊਸ ਦੇ ਬਾਹਰ ਵੀ ਪੂਰੀ ਇਫੈਕਟਿਵਲੀ ਨਿਭਾਉਣੀ ਚਾਹੀਦੀ ਹੈ। ਜਿੱਥੋਂ ਤੱਕ ਬੀਜੇਪੀ ਦਾ ਤਲਕ ਹੈ, ਬੀਜੇਪੀ ਦੀ ਜਿਹੜੀ ਭੂਮਿਕਾ ਹੈ ਪੰਜਾਬ ਦੇ ਵਿੱਚ ਕੋਈ ਬਹੁਤੀ ਇਫੈਕਟਿਵ ਕਦੇ ਵੀ ਨਹੀਂ ਰਹੀ। ਇਹ ਤਾਂ ਜਦੋਂ ਕਿਸੇ ਜ਼ਮਾਨੇ 'ਚ ਅਕਾਲੀ ਮੋਰਚੇ ਲੱਗਿਆ ਕਰਦੇ ਸੀਗੇ ਤੇ ਇਹਨਾਂ ਦੀ ਉਦੋਂ ਨੈਗੇਟਿਵ ਰੋਲ ਬਹੁਤਾ ਸਾਹਮਣੇ ਨਜ਼ਰ ਆਇਆ ਕਰਦਾ ਸੀ, ਹੋਰ ਤਾਂ ਇਸ ਤੋਂ ਬਾਅਦ ਤਾਂ ਕੁਝ ਵੀ ਨਹੀਂ ਸੀਗਾ। ਜੇ ਆਪਾਂ ਦੇਖੀਏ ਕਿ ਪੋਜ਼ਿਟਿਵ ਇਹਨਾਂ ਦਾ ਰੋਲ ਕੀ ਹੈ, ਕਿ ਬਹੁਤਾ ਨਹੀਂ ਹੈ, ਕਿਉਂਕਿ 97 ਆਨਵਰਡਸ ਇਹ ਅਕਾਲੀ ਦਲ ਦੇ ਨਾਲ ਹੀ ਰਹੇ ਹੈ, ਜਦ ਕਿ ਪਹਿਲਾਂ ਵਿਰੋਧਤਾ ਕਰਦੇ ਰਹੇ। ਸੋ ਇਹਨਾਂ ਦਾ ਰੋਲ ਤਾਂ ਬਹੁਤਾ ਨਹੀਂ ਹੈ। ਅਕਾਲੀ ਦਲ ਦੀ ਹੈ। ਪੰਜਾਬ ਦੇ ਵਿੱਚ ਕੋਈ ਵਿਰੋਧੀ ਪਾਰਟੀ ਤਕੜੀ ਹੁੰਦੀ ਸੀ ਕਿਸੇ ਵੇਲੇ ਤਾਂ ਅਕਾਲੀ ਦਲ ਹੀ ਹੋਇਆ ਕਰਦਾ ਸੀਗਾ, ਲੇਕਿਨ ਅਕਾਲੀ ਦਲ ਹੌਲੀ ਹੌਲੀ ਆਪਣੇ ਆਪ ਨੂੰ ਖਤਮ ਕਰ ਚੁੱਕਾ ਹੈ। ਜਿਹੜੀ ਇਹ ਲੀਡਰਸ਼ਿਪ ਹੈ ਅਕਾਲੀ ਦਲ ਦੀ, ਇਹ ਲੋਕਾਂ ਨੇ ਰਿਜੈਕਟ ਕੀਤੀ ਹੋਈ ਹੈ। ਸੋ ਜਿਹੜੀ ਲੀਡਰਸ਼ਿਪ ਇਹ ਰਿਜੈਕਟ ਹੋ ਗਈ ਹੋਵੇ ਲੋਕਾਂ ਦੇ ਵਿੱਚ, ਤੇ ਉਹ ਮੇਰੇ ਖਿਆਲ 'ਚ ਕੋਈ ਬਹੁਤਾ ਵਧੀਆ ਰੋਲ ਪਲੇ ਨਹੀਂ ਕਰ ਸਕਦੀ। ਸੋ ਇਹ ਪਾਰਟੀ ਦਾ, ਇਹਨਾਂ ਦਾ ਆਪਣਾ ਅੰਦਰੂਨੀ ਮਸਲਾ ਹੈ ਕਿ ਇਹਨਾਂ ਨੇ ਆਪਣੀ ਪਾਰਟੀ ਨੂੰ ਨਵੇਂ ਢੰਗ ਨਾਲ ਕਿਵੇਂ ਰੀਆਰਗੇਨਾਈਜ਼ ਕਰਨਾ ਹੈ। ਜਦ ਤੱਕ ਇਹ ਨਹੀਂ ਹੁੰਦਾ ਤੇ ਉਦੋਂ ਤੱਕ ਕੋਈ ਬਹੁਤਾ ਵਧੀਆ ਰੋਲ ਇਹ ਪਲੇ ਨਹੀਂ ਕਰ ਸਕਦੇ। ਬਿਲਕੁਲ ਠੀਕ ਹੈ। ਕਾਂਗਰਸ ਦੀ ਭੂਮਿਕਾ ਨੂੰ ਕਿਵੇਂ ਵੇਖ ਰਹੇ ਹੋ? ਕਾਂਗਰਸ ਦੋ ਤਰ੍ਹਾਂ ਦੀ ਭੂਮਿਕਾ 'ਚ ਮੈਨੂੰ ਕਾਂਗਰਸ ਨਜ਼ਰ ਆਉਂਦੀ ਹੈ। ਇੱਕ ਤਾਂ 18 ਵਿਧਾਇਕ ਨੇ ਕਾਂਗਰਸ ਦੇ ਓਪੋਜੀਸ਼ਨ 'ਚ, ਤੇ ਇੱਕ ਕਾਂਗਰਸ ਪਾਰਟੀ, ਕਿਉਂਕਿ ਕਾਂਗਰਸ 'ਚ ਹਮੇਸ਼ਾ ਵੱਖਰੀ ਸੁਰ ਦੇ ਲੀਡਰ ਸਾਨੂੰ ਨਜ਼ਰ ਆਏ ਨੇ, ਪਿਛਲੇ ਸਮਿਆਂ 'ਚ ਵੀ ਦੇਖਿਆ ਸੀ। ਕਾਂਗਰਸ ਕਦੀ ਵੀ ਸੰਗਠਿਤ ਹੋ ਕੇ ਵਿਰੋਧੀ ਧਿਰ ਦੀ ਭੂਮਿਕਾ 'ਚ ਤਾਂ ਨਜ਼ਰ ਨਹੀਂ ਆਈ। ਭਾਵੇਂ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਸ ਵੇਲੇ ਵੀ ਕੈਪਟਨ ਅਮਰਿੰਦਰ ਦਾ ਧੜਾ ਤੇ ਪ੍ਰਤਾਪ ਸਿੰਘ ਬਾਜਵੇ ਦਾ ਧੜਾ ਇਸੇ ਤਰ੍ਹਾਂ ਚੱਲਦਾ ਰਿਹਾ ਪੰਜਾਬ ਦੇ ਵਿੱਚ, ਅਸੀਂ ਸਾਰਿਆਂ ਨੇ ਦੇਖਿਆ। ਹੁਣ ਵੀ ਲਗਭਗ ਸਥਿਤੀਆਂ ਉਸੇ ਤਰ੍ਹਾਂ ਦੀਆਂ ਨੇ। ਇੱਕ ਪਾਸੇ ਕਾਂਗਰਸ ਦੀ ਦੂਜੀ ਲੀਡਰਸ਼ਿਪ ਹੈ ਤੇ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਹੈ। ਹੁਣ ਤੁਸੀਂ ਇਹ ਦੋਨਾਂ ਧਿਰਾਂ ਦੇ ਵਿਰੋਧ ਦੇ ਵਿੱਚ ਕੋਈ ਉਸਾਰੂ ਵਿਰੋਧ ਹੈ ਜਾਂ ਦੋਨਾਂ ਦੀ ਆਪਣੀ ਹਿੱਤਾਂ ਦੀ ਲੜਾਈ ਹੈ? ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਇਹਨਾਂ ਦੇ ਆਪਣੇ ਹਿੱਤ ਹੁਣ ਹੈ ਕੀ। ਜੀ, ਅਪੋਜੀਸ਼ਨ ਦੇ ਵਿੱਚ ਆ ਗਏ, ਹੱਥ ਪੱਲੇ ਕੁਛ ਨਹੀਂ, ਮੈਂ ਲਫ਼ਜ਼ ਸਖਤ ਵਰਤ ਰਿਹਾ ਥੋੜਾ ਜਿਹਾ, ਤੇ ਆਪਣੇ ਹਿੱਤ ਇਹਨਾਂ ਦੇ ਕਿਹੜੀ ਗੱਲ ਦੇ ਰਹਿ ਗਏ?
ਜੇ ਪਾਰਟੀ ਹੀ ਖਤਮ ਕਰ ਲਈ ਤੇ ਇਹਨਾਂ ਦੇ ਪਰਸਨਲ ਹਿੱਤ ਕਿੱਥੋਂ ਬਚਣਗੇ? ਜਿਵੇਂ ਅਕਾਲੀ ਦਲ ਦਾ ਹੋਇਆ, ਲੋਕਾਂ ਨੇ ਰਿਜੈਕਟ ਕਰਤੇ। ਕਾਂਗਰਸ ਦਾ ਹਾਲ ਵੀ ਇਹੀ ਹੈ। ਹਿੱਤ ਤਾਂ ਹੋਣਗੇ ਜੇ ਪਾਰਟੀ ਸਰਵਾਈਵ ਕਰੇਗੀ। ਜੇ ਪਾਰਟੀ ਸਰਵਾਈਵ ਨਹੀਂ ਕਰਦੀ ਤਾਂ ਕਿਸੇ ਦੇ ਹਿੱਤ ਇਹਦੇ 'ਚ ਸਰਵਾਈਵ ਨਹੀਂ ਕਰਨਗੇ। ਔਰ ਕਾਂਗਰਸ ਬੜੀ ਕਮਾਲ ਦੀ ਪਾਰਟੀ ਹੈ ਕਿ ਇਹਨਾਂ ਨੇ ਲੈਸਨ ਲਰਨ ਕਰਨ ਤੋਂ ਬਿਲਕੁਲ ਹੀ ਮੇਰੇ ਖਿਆਲ 'ਚ ਨਾ ਕਰਤੀ ਹੈ। ਇਲੈਕਸ਼ਨ ਤੋਂ ਪਹਿਲਾਂ ਵੀ ਇਹਨਾਂ ਦਾ ਇਹੀ ਹਾਲ ਸੀ, ਇਲੈਕਸ਼ਨ ਤੋਂ ਬਾਅਦ ਵੀ ਇਹੀ ਹਾਲ ਹੈ। ਤੇ ਹੌਲੀ ਹੌਲੀ ਇਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਮੈਨੂੰ ਲੱਗਦਾ ਖਾਤਮੇ ਵਾਲੇ ਪਾਸੇ ਤੁਰ ਰਹੇ ਹੈ। ਜੇ ਇਹਨਾਂ ਦਾ ਕੇਂਦਰੀ ਜਿਹੜੀ ਲੀਡਰਸ਼ਿਪ ਹੈ ਜੋ ਇਫੈਕਟਿਵਲੀ ਇੰਟਰਵੀਨ ਨਹੀਂ ਕਰਦੀ ਤੇ ਮੇਰੇ ਖਿਆਲ 'ਚ ਇਹਨਾਂ ਦਾ ਆਪਣੀ ਫੰਕਸ਼ਨਿੰਗ ਕਾਂਗਰਸ ਦੀ ਬੜੀ ਮੁਸ਼ਕਲ ਹੋ ਜਾਣੀ ਹੈ, ਜਦਕਿ ਜ਼ਿੰਮੇਵਾਰੀ ਮੇਨ ਇਹਨੇ ਤੇ ਹੈ। ਮੈਂ ਇਹ ਫੀਲ ਕਰਦਾ ਕਾਂਗਰਸ ਬਾਰੇ ਅਲਟੀਮੇਟਲੀ ਕਿ ਇਹਨਾਂ ਨੂੰ ਇਕੱਠੇ ਹੋ ਕੇ ਇੱਕ ਰੀਜਨਲ ਪਾਰਟੀ ਦੇ ਤੌਰ ਤੇ ਪੰਜਾਬ ਦੇ ਵਿੱਚ ਵਿਚਰਨਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਆਪ ਨੂੰ ਕਿਸੇ ਵੇਲੇ ਇੱਕ ਰੀਜਨਲ ਲੀਡਰ ਦੇ ਤੌਰ ਤੇ ਐਸਟੈਬਲਿਸ਼ ਕੀਤਾ ਸੀ। ਪੰਜਾਬ ਨੂੰ ਇਸ ਵੇਲੇ ਇੱਕ ਬਹੁਤ ਵੱਡੀ ਲੋੜ ਹੈ। ਉਹ ਸਪੇਸ ਖਾਲੀ ਪਈ ਆ ਪੰਜਾਬ ਦੇ ਵਿੱਚ। ਉਹ ਸਪੇਸ ਕਿਸੇ ਵੇਲੇ ਅਕਾਲੀ ਦਲ ਕੋਲ ਹੁੰਦੀ ਸੀ। ਉਹ ਸਪੇਸ ਜੇ ਕਾਂਗਰਸ ਲੈ ਲਵੇ ਤੇ ਆਪਣੇ ਆਪ ਨੂੰ ਇਹ ਅੱਗੇ ਤੋੜ ਸਕਦੇ ਹੈ। ਉਹਦੇ ਵਾਸਤੇ ਇਹਨਾਂ ਦਾ ਇਕੱਠੇ ਹੋ ਕੇ ਤੁਰਨਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਹਿੱਤ ਤਾਂ ਜਿਵੇਂ ਮੈਂ ਪਹਿਲਾਂ ਕਿਹਾ, ਹਿੱਤ ਕੀ ਕਰਨਗੇ ਜੇ ਪਾਰਟੀ ਇਕੱਠੀ ਹੀ ਨਹੀਂ ਹੈ। ਬਿਲਕੁਲ ਠੀਕ ਹੈ। ਸੋ ਇੱਕ ਬਹੁਤ ਵੱਡੀ ਗੱਲ ਜਗਤਾਰ ਜੀ ਤੁਸੀਂ ਕਹੀ ਹੈ ਕਿ ਮੌਕਾ ਹੈ ਕਿ ਇੱਕ ਮਜ਼ਬੂਤ ਖੇਤਰੀ ਧਿਰ ਕਾਂਗਰਸ ਬਣ ਸਕਦੀ ਸੀ। ਸੋ ਖੇਤਰਵਾਦ ਦੀ ਜਿਹੜੀ ਸਿਆਸਤ ਹੈ ਅੱਜ ਦੇ ਸਮੇਂ 'ਚ ਉਹਦੀ ਅਣਹੋਂਦ ਵੀ ਮਹਿਸੂਸ ਹੋ ਰਹੀ ਹੈ। ਅਕਾਲੀ ਦਲ ਕੁਝ ਕੁ ਮੰਗਾਂ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਨਜ਼ਰ ਆ ਰਿਹਾ ਹੈ। ਸਿੱਖ ਬੰਦੀਆਂ ਦੀ ਰਿਹਾਈ ਵਰਗੇ 2-3 ਮੁੱਦੇ ਨੇ ਜਿਨ੍ਹਾਂ ਤੇ ਅਕਾਲੀ ਦਲ ਦਾ ਧਿਆਨ ਕੇਂਦਰਿਤ ਹੈ ਪਿਛਲੇ ਕੁਝ ਸਮਿਆਂ ਤੋਂ, ਜੋ ਮੈਂ ਮਹਿਸੂਸ ਕਰ ਰਿਹਾ। ਹੁਣ ਵੀ ਕੋਰ ਕਮੇਟੀ ਦੀ ਬੈਠਕ ਹੋਈ ਹੈ ਤੇ ਮੂਲ ਰੂਪ ਦੇ ਵਿੱਚ ਭਾਰਤ ਸਰਕਾਰ ਤੋਂ ਮੰਗ ਇਸੇ ਰੂਪ 'ਚ ਨਿਕਲੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ। ਠੀਕ ਹੈ, ਕਿਸਾਨੀ ਦੇ ਹੱਕ 'ਚ ਵੀ ਉਹਨਾਂ ਨੇ ਹਾਂ ਦਾ ਨਾਰਾ ਮਾਰਿਆ। ਮੈਂ ਇੱਕ ਵਾਰੀ ਫਿਰ ਕਾਂਗਰਸ ਦੀ ਸਿਆਸਤ ਵੱਲ ਨੂੰ ਮੁੜੂੰਗਾ। ਕਾਂਗਰਸ ਨੇ ਜਿਸ ਤਰੀਕੇ ਨਾਲ ਬੜੀ ਤੇਜ਼ੀ ਦਿਖਾਈ, ਆਮ ਤੌਰ ਤੇ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਕਾਂਗਰਸ ਪਾਰਟੀ ਛੇਤੀ ਸੰਗਠਨ ਦਾ ਬਦਲਾਅ ਨਹੀਂ ਕਰਦੀ। ਇਸ ਵਾਰ ਉਹ ਬਦਲਾਅ ਕੀਤਾ ਗਿਆ। ਕਿਤੇ ਨਾ ਕਿਤੇ ਇੱਕ ਦਬਾਅ ਵੀ ਸੀ ਕਾਂਗਰਸ ਤੇ, ਕਿਉਂਕਿ ਹਿਮਾਚਲ ਦੀਆਂ ਚੋਣਾਂ ਵੀ ਨੇ, ਗੁਜਰਾਤ ਦੀਆਂ ਚੋਣਾਂ ਵੀ ਨੇ, ਔਰ ਇਹ ਵੀ ਦਬਾਅ ਸੀ ਕਾਂਗਰਸ ਤੇ ਕਿ ਅਸੀਂ ਹਮੇਸ਼ਾ ਲੀਡਰਸ਼ਿਪ ਨੂੰ ਐਲਾਨ ਕਰਨ 'ਚ ਬਹੁਤ ਦੇਰ ਲਾ ਦਿੰਦੇ ਹਾਂ, ਉਹਦਾ ਨੁਕਸਾਨ ਹੁੰਦਾ ਹੈ। ਇਸ ਵਾਰ ਉਹਨਾਂ ਨੇ ਹਾਰਨ ਤੋਂ ਬਾਅਦ ਬਹੁਤ ਜਲਦ ਨਵਾਂ ਪ੍ਰਧਾਨ ਰਾਜਾ ਵੜਿੰਗ ਲਾਇਆ। ਇਸ ਫੈਸਲੇ ਨੂੰ ਤੁਸੀਂ ਕਿਵੇਂ ਵੇਖਦੇ ਹੋ? ਜਿਹੜਾ ਕਾਂਗਰਸ ਨੇ ਸੰਗਠਨ ਦੀ ਤਬਦੀਲੀ ਕੀਤੀ ਹੈ, ਕਾਂਗਰਸ ਪਾਰਟੀ ਦੀ ਇਸ ਸੰਗਠਨ ਦੀ ਤਬਦੀਲੀ ਪਿੱਛੇ ਦੀ ਜਿਹੜੀ ਸੋਚ ਹੈ, ਤੁਸੀਂ ਉਹਨੂੰ ਕਿਵੇਂ ਵੇਖਦੇ ਹੋ? ਦੇਖੋ, ਜਿਨ੍ਹਾਂ ਦੀ ਲੀਡਰਸ਼ਿਪ ਦੇ ਵਿੱਚ ਪਾਰਟੀ ਹਾਰੀ, ਉਹਨੂੰ ਤਾਂ ਆਪਣੇ ਆਪ ਹੀ ਰਿਜ਼ਾਈਨ ਕਰ ਲੈਣਾ ਚਾਹੀਦਾ ਸਟੇਟ ਦੇ ਵਿੱਚ। ਵੈਸੇ ਤਾਂ ਸੈਂਟਰ ਦੇ ਵਿੱਚ ਵੀ ਹੋਣਾ ਚਾਹੀਦਾ ਕਿ ਗਾਂਧੀ ਪਰਿਵਾਰ ਦੀ ਲੀਡਰਸ਼ਿਪ ਦੇ ਵਿੱਚ ਕਾਂਗਰਸ ਲਗਾਤਾਰ ਥੱਲੇ ਜਾ ਰਹੀ ਹੈ ਤੇ ਉਹਨਾਂ ਨੂੰ ਕਿਸੇ ਹੋਰ ਨੂੰ ਸਪੇਸ ਦੇ ਦੇਣੀ ਚਾਹੀਦੀ ਹੈ। ਇਸ ਤਰ੍ਹਾਂ ਹੀ ਸਟੇਟ ਦੇ ਵਿੱਚ ਜਿਹੜੀ ਲੀਡਰਸ਼ਿਪ ਇਲੈਕਸ਼ਨ ਨਹੀਂ ਜਿਤਾ ਸਕਦੀ, ਉਹਨੂੰ ਆਪਣੇ ਆਪ ਹੀ ਪਾਸੇ ਹੋ ਜਾਣਾ ਚਾਹੀਦਾ ਸੀਗਾ। ਉਸ ਕੰਟੈਕਸਟ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਰਾਜਾ ਵੜਿੰਗ ਦੀ ਅਪਾਇੰਟਮੈਂਟ ਇੱਕ ਪੋਜ਼ਿਟਿਵ ਸਟੈਪ ਹੈ। ਜੇ ਪਾਰਟੀ ਨੇ ਅੱਗੇ ਵਧਣਾ ਹੈ, ਪਿਛਲੀਆਂ ਜਿੰਨੀਆਂ ਲਾਇਬਿਲਿਟੀਜ਼ ਹੈਗੀਆਂ ਉਹਨਾਂ ਨੂੰ ਪਾਸੇ ਕਰਕੇ ਅਗਾਂਹ ਚੱਲਣਾ ਚਾਹੀਦਾ ਤੇ ਨਵੀਆਂ ਲੀਗਾਂ ਪਾਉਣੀਆਂ ਚਾਹੀਦੀਆਂ, ਤਾਂ ਹੀ ਪਾਰਟੀ ਅੱਗੇ ਵੱਧ ਸਕਦੀ ਹੈ। ਬਾਕੀ ਜੇ ਸਿਗਨਲ ਪੋਜ਼ਿਟਿਵ ਦੇਣਾ ਹੈ ਕਿ ਕਾਂਗਰਸ ਹਜੇ ਵੀ ਇਫੈਕਟਿਵ ਹੈ, ਖਾਸ ਕਰਕੇ ਹਿਮਾਚਲ ਜਿਹੜੀ ਗੱਲ ਤੁਸੀਂ ਗੱਲ ਕੀਤੀ ਹੈ ਤੇ ਗੁਜਰਾਤ ਦੇ ਇਲੈਕਸ਼ਨ ਕਰਕੇ, ਉਹਨਾਂ ਦੋ ਸਟੇਟ ਦੇ ਇਲੈਕਸ਼ਨ ਦੇ ਵਾਸਤੇ ਇਹ ਬਹੁਤ ਜ਼ਰੂਰੀ ਸੀ ਕਿ ਇੱਕ ਤਕੜਾ ਸਿਗਨਲ ਦਿੱਤਾ ਜਾਂਦਾ ਕਿ ਲੀਡਰਸ਼ਿਪ ਕਾਂਗਰਸ ਦੀ ਹੁਣ ਸਟਰੋਂਗਲੀ ਇਹੋ ਜਿਹੀ ਸਿਚੁਏਸ਼ਨ ਨਾਲ ਡੀਲ ਕਰੇਗੀ ਤੇ ਇਨਡਿਸਪਲਿਨ ਬਿਲਕੁਲ ਹੀ ਟੋਲਰੇਟ ਨਹੀਂ ਕੀਤਾ ਜਾਏਗਾ ਤੇ ਪਾਰਟੀ ਨੂੰ ਅੱਗੇ ਵਧਾਇਆ ਜਾਏਗਾ। ਉਸ ਕੰਟੈਕਸਟ ਦੇ ਵਿੱਚ ਮੇਰੇ ਖਿਆਲ 'ਚ ਇਹ ਪੋਜ਼ਿਟਿਵ ਸਟੈਪ ਹੈ। ਬਿਲਕੁਲ। ਸੋ ਬਹੁਤ ਹੀ ਸਾਫ਼ ਸਪਸ਼ਟ ਸ਼ਬਦਾਂ ਦੇ ਵਿੱਚ ਤੁਸੀਂ ਆਪਣੀ ਗੱਲ ਰੱਖ ਰਹੇ ਹੋ। ਪਿਛਲੇ ਦਿਨਾਂ 'ਚ 2 ਘਟਨਾਵਾਂ ਵੱਡੀਆਂ ਹੋਈਆਂ। ਸੁਨੀਲ ਜਾਖੜ ਹੋਣਾ ਦੀ ਘਟਨਾ ਕਾਂਗਰਸ ਬਹੁਤ ਵੱਡੀ ਰਹੀ। ਹੁਣ ਨਵਜੋਤ ਸਿੰਘ ਸਿੱਧੂ ਹੋਣਾ ਦੇ ਬਾਰੇ ਵੀ ਚਿੱਠੀ ਲਿਖੀ ਗਈ ਹੈ। ਇਹਨਾਂ ਦੋਹਾਂ ਲੀਡਰਾਂ ਦੇ ਪ੍ਰਤੀ ਕਾਂਗਰਸ ਦੇ ਪੰਜਾਬ ਦੇ ਲੀਡਰਾਂ ਦੀ ਸਰਗਰਮੀ ਤੇ ਹਾਈ ਕਮਾਂਡ ਨੂੰ ਚਿੱਠੀ ਲਿਖਣਾ, ਸੁਨੀਲ ਜਾਖੜ ਹੋਣਾ ਦੀ ਸਕਰੀਨਿੰਗ ਕਮੇਟੀ ਦੇ ਜ਼ਰੀਏ, ਅਨੁਸ਼ਾਸਨੀ ਕਮੇਟੀ ਦੇ ਜ਼ਰੀਏ ਉਹਨਾਂ ਦੇ ਰੋਲ ਦੀ
ਉੱਥੇ ਜਾਂਚ ਪੜਤਾਲ ਹੋਣੀ ਤੇ ਹੁਣ ਨਵਜੋਤ ਸਿੰਘ ਸਿੱਧੂ ਵੀ ਉਸੇ ਸਕੈਨਰ 'ਚ ਨੇ। ਇਹ ਦੋਵੇਂ ਲੀਡਰਾਂ ਦੇ ਪ੍ਰਤੀ ਕਾਂਗਰਸ ਦੇ ਲੀਡਰਾਂ ਦਾ ਰਵੱਈਆ ਜਾਂ ਇਹਨਾਂ ਦੀ ਜਿਹੜੀ ਡਿਸਪਲਿਨ ਕਮੇਟੀ ਦੇ ਵਿੱਚ ਇਹਨਾਂ ਦੇ ਮਾਮਲੇ ਜਾਣੇ, ਇਹਨਾਂ ਦੇ ਨਿਤਾਰੇ ਦਾ ਕੀ ਅਸਰ ਦੇਖਦੇ ਹੋ? ਇਹ ਕਿਸੇ ਵੀ ਸੁਨੀਲ ਜਾਖੜ ਦਾ ਤਾਂ ਮਾਮਲਾ ਨਿਤਾਰਤਾ ਕਾਂਗਰਸ ਨੇ, ਨਵਜੋਤ ਸਿੰਘ ਸਿੱਧੂ ਦਾ ਪੈਂਡਿੰਗ ਹੈ। ਇਹ ਦੋਵੇਂ ਲੀਡਰਾਂ ਦੇ ਉੱਪਰ ਜਿਹੜਾ ਇਹ ਨਿਤਾਰਾ ਹੋ ਰਿਹਾ, ਇਹਦਾ ਅਸਰ ਕਿਸ ਰੂਪ 'ਚ ਮਹਿਸੂਸ ਕਰਦੇ? ਮੈਂ ਕਿਸੇ ਇੰਡੀਵਿਜੂਅਲ ਲੀਡਰ ਦੀ ਫੰਕਸ਼ਨਿੰਗ ਜਾਂ ਉਹਦੀ ਸਿਆਸਤ ਉਹਦੇ ਬਾਰੇ ਮੈਂ ਘੱਟ ਹੀ ਗੱਲ ਕਰਦਾ ਹੁੰਦਾ, ਪਰ ਕਿਉਂਕਿ ਜਿਹੜੀ ਇਹਨਾਂ ਦੀ ਸਿਆਸਤ ਹੈ, ਇਹਨਾਂ ਦਾ ਪਾਰਟੀ ਤੇ ਹੁਣ ਵੀ ਅਸਰ ਪੈ ਰਿਹਾ ਹੈ, ਸੋ ਉਸ ਕੰਟੈਕਸਟ ਦੇ ਵਿੱਚ ਮੇਰਾ ਖਿਆਲ ਹੈ ਇਹ ਨਿਤਾਰਾ ਹੋ ਹੀ ਜਾਣਾ ਚਾਹੀਦਾ ਹੈ ਕਿ ਇਹ ਦੋ ਲੀਡਰ ਐਸੇ ਹੈ ਕਿ ਪਿਛਲੇ 6 ਇਲੈਕਸ਼ਨ ਤੋਂ ਪਿਛਲੇ ਲੈ ਲਓ, ਜਦੋਂ ਚੰਨੀ ਜੀ ਆਏ ਸੀਐਮ ਬਣ ਕੇ, ਉਸ ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਵੀ ਕੁਝ ਲੋਕ ਜਦੋਂ ਵੀ ਆਪਣਾ ਮੂੰਹ ਖੋਲਦੇ ਸੀ ਉਹ ਕਾਂਗਰਸ ਦਾ ਹੀ ਨੁਕਸਾਨ ਕਰਦੇ ਸੀ ਇਸ ਪਾਰਟੀ ਦੇ ਵਿੱਚ। ਸੋ ਜਿਹੜੇ ਲੋਕ ਆਪਣੇ ਆਪ ਨੂੰ ਪਾਰਟੀ ਤੋਂ ਉੱਪਰ ਜਾ ਕੇ ਆਪਣੀ ਹੀ ਪਾਰਟੀ ਦਾ ਨੁਕਸਾਨ ਕਰ ਰਹੇ ਹੋਣ ਤਾਂ ਉਹਨਾਂ ਨੂੰ ਕਿੰਨੀ ਕੁ ਦੇਰ ਪਾਰਟੀ ਟੋਲਰੇਟ ਕਰ ਸਕਦੀ ਹੈ? ਇਹ ਤਾਂ ਇਹਨਾਂ ਨੂੰ ਖੁਦ ਹੀ ਸਮਝਣਾ ਚਾਹੀਦਾ ਹੈ। ਦੇਖੋ, ਇਹ ਸਿਆਣੇ ਲੀਡਰ ਮੈਂ ਮੰਨਦਾ, ਦੋਵੇਂ ਕੰਮ ਕਰਨ ਵਾਲੇ ਹੈ, ਦੋਵਾਂ ਦੀ ਪੰਜਾਬ ਬਾਰੇ ਕਮਿਟਮੈਂਟ ਵੀ ਹੈ, ਤੇ ਇਹਨਾਂ ਨੂੰ ਚਾਂਸ ਵੀ ਮਿਲਿਆ ਆਪਣੇ ਆਪ ਨੂੰ ਪ੍ਰੂਵ ਕਰਨ ਦਾ। ਹੁਣ ਜੇ ਉਸ ਤੋਂ ਬਾਅਦ ਵੀ ਜੇ ਇਹ ਉਸੇ ਹੀ ਲਾਈਨ ਤੇ ਚੱਲ ਰਹੇ ਹੈ, ਸੋ ਇਹਨਾਂ ਦੀ ਪਾਰਟੀ ਨੇ ਫੈਸਲਾ ਕਰਨਾ ਵੀ ਕੀ ਕਰਨਾ ਚਾਹੀਦਾ। ਲੇਕਿਨ ਜੇ ਪਾਰਟੀ ਨੇ ਅੱਗੇ ਵਧਣਾ ਹੈ ਤਾਂ ਫਿਰ ਮੇਰੇ ਖਿਆਲ ਦੇ ਵਿੱਚ ਜਿਹੜਾ ਇਸ ਢੰਗ ਦੀ ਇਹ ਡਾਇਸੈਂਟ ਨਹੀਂ ਹੈ, ਇਨਡਿਸਿਪਲਿਨ ਹੈ, ਉਸ ਨੂੰ ਅੱਗੇ ਉਸ ਨੂੰ ਕਰਬ ਕੀਤਾ ਜਾਣਾ ਚਾਹੀਦਾ। ਡਾਇਸੈਂਟ ਤੇ ਇਨਡਿਸਿਪਲਿਨ ਦੇ ਵਿੱਚ ਮੇਰੇ ਖਿਆਲ 'ਚ ਕਾਫੀ ਫਰਕ ਹੁੰਦਾ ਹੈ। ਬਿਲਕੁਲ, ਬਹੁਤ ਸਪਸ਼ਟਤਾ ਦੇ ਨਾਲ ਤੁਸੀਂ ਆਪਣੀ ਗੱਲ ਰੱਖੀ ਹੈ। ਖੈਰ, ਇਹ ਜ਼ਰੂਰ ਇਸ ਗੱਲ ਦੇ ਉੱਤੇ ਆਉਂਦੇ ਦਿਨਾਂ 'ਚ ਨਜ਼ਰ ਬਣਾ ਕੇ ਰੱਖਾਂਗੇ ਕਿ ਕਾਂਗਰਸ ਕਿਵੇਂ ਨਿਤਾਰਾ ਕਰਦੀ ਹੈ ਇਹਨਾਂ ਦੋਨਾਂ ਮਾਮਲਿਆਂ ਦਾ। ਹਾਲਾਂਕਿ ਸੁਨੀਲ ਜਾਖੜ ਹੋਣਾ ਨੇ ਤਾਂ ਇਹ ਕਹਿ ਦਿੱਤਾ ਕਿ ਆਉਂਦੇ ਦਿਨਾਂ 'ਚ ਉਹ ਵੀ ਪ੍ਰੈਸ ਕਾਨਫਰੰਸ ਕਰਨਗੇ ਜਦੋਂ ਕਾਂਗਰਸ ਦੀਆਂ ਵੀ ਮੰਥਨ ਬੈਠਕਾਂ ਹੋਣੀਆਂ ਨੇ, ਤੇ ਸੁਨੀਲ ਜਾਖੜ ਹੋਣੀ ਵੀ ਪ੍ਰੈਸ ਕਾਨਫਰੰਸ ਕਰਨਗੇ। ਕੀ ਨਵਜੋਤ ਸਿੰਘ ਸਿੱਧੂ ਨੂੰ ਵੀ ਅਨੁਸ਼ਾਸਨੀ ਕਮੇਟੀ ਆਉਂਦੇ ਦਿਨਾਂ ਦੇ ਵਿੱਚ ਕੋਈ ਚਿੱਠੀ ਭੇਜਦੀ ਹੈ, ਕਾਰਨ ਪੁੱਛਦੀ ਹੈ, ਕਾਰਨ ਦੱਸੋ ਨੋਟਿਸ ਜਾਰੀ ਕਰਦੀ ਹੈ, ਉਹਦੇ ਉੱਪਰ ਵੀ ਧਿਆਨ ਸਾਰਿਆਂ ਦਾ ਬਣਿਆ ਰਹੂਗਾ। ਪਰ ਮੈਂ ਇੱਕ ਗੱਲ ਜਿਹੜੀ ਮੈਂ ਅਸਿਊਮ ਕਰਕੇ ਚੱਲਦਾ ਪੰਜਾਬ ਦੀ ਸਿਆਸਤ 'ਚ, ਕਿ ਸੁਨੀਲ ਜਾਖੜ ਅਗਰ ਪ੍ਰੈਸ ਕਾਨਫਰੰਸ ਕਰਨਗੇ ਤੇ ਕੋਈ ਨਾ ਕੋਈ ਖੁਲਾਸੇ ਕਰਨਗੇ, ਇਹਦਾ ਮਤਲਬ ਹੈ ਕਿ ਸੁਨੀਲ ਜਾਖੜ ਵੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਨਗੇ। ਔਰ ਨਵਜੋਤ ਸਿੰਘ ਸਿੱਧੂ ਬਾਰੇ ਵੀ ਅਸੀਂ ਮੰਨ ਸਕਦੇ ਹਾਂ ਕਿ ਉਹ ਵੀ ਅਗਰ ਕਾਂਗਰਸ ਦੀ ਹਾਈ ਕਮਾਂਡ ਕੋਈ ਡਿਸਪਲਿਨਰੀ ਐਕਸ਼ਨ ਦੀ ਗੱਲ ਕਰਦੀ ਹੈ ਜਾਂ ਨੋਟਿਸ ਜਾਰੀ ਕਰਦੀ ਹੈ ਤੇ ਉਹ ਵੀ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਨਗੇ। ਇਹ ਗੱਲਾਂ ਤਾਂ ਇਹ ਚੱਲਦੀਆਂ ਰਹਿਣੀਆਂ ਨੇ। ਇਸ ਤੋਂ ਇਲਾਵਾ ਮੈਂ ਇਸ ਸਾਰੇ ਨਿਤਾਰੇ ਤੋਂ ਵੱਖਰੇ ਰੂਪ ਦੇ ਵਿੱਚ ਇਹ ਦੋਵੇਂ ਲੀਡਰ, ਭਾਵੇਂ ਸੁਨੀਲ ਜਾਖੜ ਨੇ, ਨਵਜੋਤ ਸਿੰਘ ਸਿੱਧੂ ਨੇ, ਜਾਂ ਮੈਂ ਚਰਨਜੀਤ ਚੰਨੀ ਉਹਨਾਂ ਨੂੰ ਵੀ ਸ਼ਾਮਲ ਕਰ ਲੈਣਾ, ਹਾਲਾਂਕਿ ਚਰਨਜੀਤ ਚੰਨੀ ਬਹੁਤੇ ਸਰਗਰਮ ਦਿਖ ਨਹੀਂ ਰਹੇ, ਜਾਂ ਮੈਂ ਸੁਖਬੀਰ ਬਾਦਲ ਵੀ ਲੈ ਲੈਣਾ। ਸੁਖਬੀਰ ਬਾਦਲ ਅਕਾਲੀ ਦਲ ਦੇ ਪ੍ਰਧਾਨ ਤਾਂ ਹੈਗੇ ਨੇ। ਇਹ 3-4 ਲੀਡਰ ਨੇ ਜਿਹੜੇ, ਜਗਤਾਰ ਜੀ ਤੁਹਾਡਾ ਕਿਉਂਕਿ ਪਿਛਲਾ ਤਜਰਬਾ ਬਹੁਤ ਹੈ, ਤੁਸੀਂ ਇਹਨਾਂ ਸਾਰੇ ਲੀਡਰਾਂ ਨੂੰ, ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਬਾਕੀ ਲੀਡਰਾਂ ਨੂੰ ਤੁਸੀਂ ਜ਼ਿੰਦਗੀ 'ਚ ਕਈ ਵਾਰੀ ਜਿੱਤੇ ਹਾਰੇ ਦੇਖਿਆ ਹੋਣਾ। ਸੁਨੀਲ ਜਾਖੜ ਵੀ ਕਈ ਵਾਰੀ ਜਿੱਤੇ ਹਾਰੇ, ਚਰਨਜੀਤ ਚੰਨੀ ਹਾਰੇ, ਇਹਦੀ ਮੈਨੂੰ ਸਪਸ਼ਟ ਜਾਣਕਾਰੀ ਨਹੀਂ ਹੈ, ਪਰ ਤੁਸੀਂ ਜਿੱਤੇ ਤਾਂ ਦੇਖੇ ਆ। ਸੁਖਬੀਰ ਬਾਦਲ ਵੀ ਤੁਸੀਂ ਜਿੱਤੇ ਹਾਰੇ ਦੇਖਿਓ, ਮੈਂ ਵੀ ਦੇਖੇ, ਲੋਕ ਸਭਾ ਦੀ ਸੀਟ ਵੀ ਸੁਖਬੀਰ ਬਾਦਲ ਹਾਰੇ ਸੀ। ਕੀ ਇਹਨਾਂ ਲੋਕਾਂ ਕੋਲੇ ਇੰਨੀ ਤਾਕਤ ਬਚੀ ਹੈ ਕਿ ਆਪਣੇ ਆਪ ਨੂੰ ਪੰਜਾਬ ਦੀ ਸਿਆਸਤ ਦੇ ਵਿੱਚ ਦੁਬਾਰਾ ਉਸ ਮੁਕਾਮ ਤੇ ਲਿਆਉਣ ਜਿੱਥੇ ਇਹ ਮੇਨ ਸਟ੍ਰੀਮ ਸਿਆਸਤ 'ਚ ਨਜ਼ਰ ਆਉਣ? ਸਾਨੂੰ ਮੈਂ ਕਿਸੇ ਗੱਲ ਨੂੰ ਵੀ ਇੰਪੋਸੀਬਿਲਿਟੀ ਨਹੀਂ ਮੰਨਦਾ, ਖਾਸ ਕਰਕੇ ਸੋਸ਼ਲ ਸਾਇੰਸ ਦੇ ਵਿੱਚ। ਲੇਕਿਨ ਲੋਕ ਇਹਨਾਂ ਸਾਰਿਆਂ ਨੂੰ ਇੱਕ ਵਾਰੀ ਡੰਪ ਕਰ ਚੁੱਕੇ ਆ। ਮੈਂ ਰਿਜੈਕਟ ਦੀ ਥਾਂ ਤੇ ਹੁਣ ਡੰਪ ਲਫ਼ਜ਼ ਵਰਤ ਰਹੇ। ਜਿਹੜੇ ਲੀਡਰਸ਼ਿਪ ਡੰਪ ਕਰ ਦਿੱਤੀ ਹੋਵੇ ਲੋਕਾਂ ਨੇ, ਤੇ ਉਹਨਾਂ ਨੂੰ ਸਿੱਖਣ, ਇਹ ਤਾਂ ਪਹਿਲਾਂ ਐਨਾਲਾਈਜ਼ ਕਰਨ ਨਾ ਵੀ ਇਹ ਕਿਉਂ ਸਾਰਾ ਕੁਝ ਵਾਪਰਿਆ। ਜਦੋਂ ਐਨਾਲਾਈਜ਼ ਕਰਨਗੇ ਤੇ ਕਾਰਨ ਸਾਹਮਣੇ ਆਉਣਗੇ, ਤੇ ਜਦੋਂ ਉਹ ਤੇ ਜੇ ਅਮਲ ਕਰ ਸਕੇ ਤਾਂ ਹੀ ਰਿਵਾਈਵ ਹੋ ਸਕਦੇ ਹੈ। 2 ਦਿਨ ਪਹਿਲਾਂ ਇੰਡੀਅਨ ਐਕਸਪ੍ਰੈਸ ਦੇ ਵਿੱਚ ਇੱਕ ਡਿਟੇਲਡ ਖਬਰ ਛਪੀ ਸੀ, ਜਿਹੜੀ ਅਕਾਲੀ ਦਲ ਨੇ ਇੱਕ ਡਿਸਪਲਿਨਰੀ ਆਪਣੀ ਕਮੇਟੀ ਬਣਾਈ ਹੈ, ਇਹ ਲੱਭਣ ਵਾਸਤੇ ਵੀ ਅਸੀਂ ਕਿਹੜੇ ਕਾਰਨਾਂ ਕਰਕੇ ਹਾਰੇ, ਉਹਦੀ ਰਿਪੋਰਟ ਹੈ। ਉਹ ਪਹਿਲੀ ਹੀ ਕਹਿੰਦੇ ਵੀ ਜਿਹੜੀ ਸਭ ਤੋਂ ਟਾਪ ਤੇ ਗੱਲ ਆ ਰਹੀ ਹੈ
ਉਹ ਆ ਰਹੀ ਹੈ ਵੀ ਲੀਡਰਸ਼ਿਪ ਚੇਂਜ ਕਰੋ। ਹੁਣ ਜੇ ਪਾਰਟੀ ਦਾ ਕਾਡਰ ਹੀ ਗੱਲ ਕਰ ਰਿਹਾ ਹੈ ਤੇ ਉਹਦੇ ਜੋ ਕਾਰਨ ਵੀ ਦੱਸੇ ਹੋਏ ਤੇ ਕਾਰਨ ਬਹੁਤ ਇੰਟਰਸਟਿੰਗ ਉਹਦੇ ਵਿੱਚ ਨਜ਼ਰ ਆ ਰਿਹਾ। ਮੈਂ ਉਹਨਾਂ ਦੇ ਵਿੱਚ ਨਹੀਂ ਜਾਣਾ ਚਾਹੁੰਦਾ। ਤੁਸੀਂ ਸਵਾਲ ਪੁੱਛਿਆ ਕਿ ਇਹਨਾਂ ਲੀਡਰਾਂ ਦਾ ਫਿਊਚਰ ਕੀ ਹੈ ਇਹਨੇ ਨਕਸ਼ਲ, ਤੇ ਮੇਰੇ ਕੋਲ ਮੈਂ ਬੜਾ ਸਪਸ਼ਟਤਾ ਨਾਲ ਇਹ ਗੱਲ ਕਹਿਣਾ ਹੁੰਦਾ ਕਿ ਜਿਹੜੇ ਲੋਕ ਇੱਕ ਵਾਰੀ ਲੋਕਾਂ ਨੇ ਰਿਜੈਕਟ ਕਰਤੇ, ਉਹ ਪਹਿਲਾਂ ਇੰਟਰਸਪੈਕਸ਼ਨ ਕਰਨ ਵੀ ਅਸੀਂ ਕਿਉਂ ਹਾਰੇ, ਕਿਉਂ ਕੀ ਗਲਤੀਆਂ ਕੀਤੀਆਂ, ਲੋਕਾਂ ਨੇ ਸਾਨੂੰ ਰਿਜੈਕਟ ਕਿਉਂ ਕੀਤਾ, ਤੇ ਕੀ ਅਸੀਂ ਉਹ ਗਲਤੀਆਂ ਸੁਧਾਰ ਸਕਦੇ ਹਾਂ। ਸਿਰਫ ਆਪ ਸੁਧਾਰਨ ਦੀ ਗੱਲ ਨਹੀਂ, ਲੋਕਾਂ ਦੇ ਵਿੱਚ ਇਹ ਸਿਗਨਲ ਜਾਵੇ ਕਿ ਇਹ ਸੁਧਰ ਗਏ। ਜੇ ਲੋਕਾਂ ਦੇ ਵਿੱਚ ਸਿਗਨਲ ਨਹੀਂ ਜਾਂਦਾ ਕਿ ਸੁਧਰੇ ਹੋਏ ਹੈ ਤੇ ਫਿਰ ਇਹਨਾਂ ਦੀ ਰਿਵਾਈਵਲ ਬੜੀ ਮੁਸ਼ਕਲ ਹੈ। ਔਰ ਇਹ ਬਾਡੀ ਲੈਂਗੁਏਜ ਹੀ ਦੱਸ ਦਿੰਦੀ ਹੈ ਕਿ ਸੁਧਰੇ ਹੈ ਕਿ ਨਹੀਂ। ਬਹੁਤੀ ਦੂਰ ਦੇਖਣ ਦੀ ਲੋੜ ਹੀ ਨਹੀਂ ਹੁੰਦੀ। ਇੰਟਰਸਟ ਇਹਨਾਂ ਲੋਕਾਂ ਦੇ ਕੀ ਹੈ ਤੇ ਕੀ ਉਹ ਆਪਣੇ ਇੰਟਰਸਟ ਦੇ ਨਾਲ ਕੰਪਰੋਮਾਈਜ਼ ਕਰ ਸਕਦੇ ਹੈ ਤੇ ਲੋਕਾਂ ਦੇ ਹਿੱਤ ਦੀ ਗੱਲ ਕਰ ਸਕਦੇ ਹੈ। ਇੱਥੇ ਇਹ ਨਿਤਾਰਾ ਹੋਏਗਾ। ਲੇਕਿਨ ਉਸ ਤੋਂ ਪਹਿਲਾਂ ਇਹਨਾਂ ਸਾਰਿਆਂ ਵਾਸਤੇ ਆਪਣੀ ਇੰਟਰੋਸਪੈਕਸ਼ਨ ਬਹੁਤ ਜ਼ਰੂਰੀ ਹੈ। ਬਿਲਕੁਲ ਠੀਕ ਹੈ ਜੀ। ਆਤਮ ਮੰਥਨ ਪੰਜਾਬੀ 'ਚ ਅੱਜ ਕੱਲ੍ਹ ਇਹ ਸ਼ਬਦ ਹਿੰਦੀ ਵਾਲੇ ਨੂੰ ਵਰਤ ਲੈਂਦੇ ਨੇ ਲੋਕ ਕਿ ਆਪਣੀ ਪੜਤਾਲ ਵੀ ਕਰਨੀ ਜ਼ਰੂਰ, ਸਵੈ ਪੜਤਾਲ ਜਿਹਨੂੰ ਕਹਿ ਦਿੰਦੇ ਨੇ, ਬੜੀ ਜ਼ਰੂਰੀ ਹੈ। ਸੈਲਫ ਐਨਾਲਿਸਿਸ ਵੀ ਕਹਿ ਦਿੰਦੇ ਨੇ ਅੰਗਰੇਜ਼ੀ 'ਚ, ਕਿ ਅਸੀਂ ਆਪ ਪਤਾ ਕਰੀਏ ਵੀ ਅਸੀਂ ਕਿੰਨਾ ਕਾਰਨਾਂ ਕਰਕੇ ਹਾਰੇ, ਲੋਕ ਸਾਡੇ ਤੋਂ ਕਿਹੜੀਆਂ ਗੱਲਾਂ ਤੋਂ ਉਮੀਦ ਕਰਦੇ ਸੀ ਤੇ ਅਸੀਂ ਪੂਰੇ ਨਹੀਂ ਉਤਰੇ। ਸੋ ਬਹੁਤ ਸਾਰੀਆਂ ਗੱਲਾਂ ਨੇ। ਤੁਹਾਡੇ ਜਵਾਬ ਦੇ ਵਿੱਚ ਬਹੁਤ ਸਾਰੇ ਸੁਨੇਹੇ ਨੇ ਜਿਹੜੇ ਉਹ ਚਾਰੇ ਪਾਸੇ ਮੈਨੂੰ ਲੱਗਦਾ ਲੋਕਾਂ 'ਚ ਚਲੇ ਗਏ। ਸੋ ਬਹੁਤ ਹੀ ਖਾਸ ਢੰਗ ਦੇ ਨਾਲ ਤੁਸੀਂ ਆਪਣੀ ਸਾਰੀ ਗੱਲ ਨੂੰ ਰੱਖਿਆ ਜਗਤਾਰ ਜੀ। ਬਹੁਤ ਸੰਤੁਸ਼ਟੀ ਦੇ ਨਾਲ ਤੁਹਾਡਾ ਧੰਨਵਾਦ ਕਰਨਾ ਚਾਹੂੰਗਾ। ਕਈ ਮੇਰੇ ਜ਼ਿਹਨ 'ਚ ਸਵਾਲ ਸੀ ਜਿਨ੍ਹਾਂ ਦਾ ਬੜਾ ਸਟੀਕ ਸਪਸ਼ਟ ਜਵਾਬ ਤੁਸੀਂ ਦਿੱਤਾ, ਔਰ ਬਹੁਤ ਖੂਬਸੂਰਤ ਐਨਾਲਿਸਿਸ ਤੁਸੀਂ ਹਰ ਪੁਆਇੰਟ ਦਾ ਕੀਤਾ। ਬਹੁਤ ਬਹੁਤ ਧੰਨਵਾਦ ਸਮਾਂ ਕੱਢਣ ਲਈ ਜਗਤਾਰ ਜੀ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ।